ਜਿਹੜਾ ਖਾਰਕੀ ਦੇ ਵਿੱਚ ਬੜੀ ਇੱਕ ਭਿਆਨਕ ਜੰਗ ਲੱਗੀ ਹੋਈ ਆ, ਅੱਜ ਤੁਸੀਂ ਆਪਣੇ ਘਰ ਪਹੁੰਚੇ ਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਔਰ ਉੱਥੋਂ ਦੇ ਹਾਲਾਤਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਹਾਲਾਤ ਜਿਹੜੇ ਆ ਨਜ਼ਰ ਆਏ ਤੁਹਾਨੂੰ? हाँ जी, मेरा नाम कोमलप्रीत कौर है। मैं खारकिव शहर के पढ़ती हाँ जी। हाँ जी, मेरा नाम कोमलप्रीत कौर है। मैं खारकिव शहर में MBBS कर रही हाँ। ਉਹਦੇ ਵਿੱਚ ਬਹੁਤ ਪਿਛਲੇ 5 ਦਿਨਾਂ ਤੋਂ ਬਹੁਤ ਹੀ ਭਿਆਨਕ ਘਟਨਾਵਾਂ ਹੁੰਦੀਆਂ ਹਨ, ਜਿੱਦਾਂ ਕਿ ਬੰਬਾਰੀ ਰਸ਼ੀਆ ਵੱਲੋਂ ਕੀਤੀ ਜਾ ਰਹੀ ਹੈ ਯੂਕਰੇਨ ਦੇ ਉੱਤੇ। ਕਿਸ ਤਰ੍ਹਾਂ ਦੇ ਹਾਲਾਤ ਸੀ ਤੇ ਕਿਸ ਤਰ੍ਹਾਂ ਤੁਸੀਂ ਉੱਥੋਂ ਕਿਸ ਤਰ੍ਹਾਂ ਨਿਕਲ ਕੇ ਘਰ ਆਏ ਹੋ? ਅੱਜ ਕਿੱਦਾਂ ਦੇ ਹਾਲਾਤ ਸੀਗੇ? ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਤੇ 5 ਤਰੀਕ ਸਵੇਰੇ 5 ਦਿਨ ਪਹਿਲਾਂ ਸਵੇਰੇ 5 ਵਜੇ ਤੋਂ ਇਹ ਚੀਜ਼ਾਂ ਸਟਾਰਟ ਹੋਣੀਆਂ ਬੰਬਾਰੀ ਦੀ ਆਵਾਜ਼ ਮੈਨੂੰ ਮੇਰੇ ਫਲੈਟ ਦੇ ਵਿੱਚ ਸੁਣਨ ਨੂੰ ਮਿਲੀ। ਫਿਰ ਉਸ ਤੋਂ ਬਾਅਦ ਸਾਰੇ ਦੇ ਸਾਰੇ ਅਸੀਂ ਹੋ ਸਕੇ ਤਾਂ ਸੁਪਰਮਾਰਕੀਟ ਤੋਂ ਜਾ ਕੇ ਸਮਾਨ ਲੈ ਕੇ ਆਏ ਹਾਂ ਖਾਣ ਪੀਣ ਲਈ, ਅਤੇ ਅਸੀਂ 5 ਦਿਨ ਉਹਦੇ ਵਿੱਚ ਬਿਤਾਇਆ ਮੈਟਰੋ ਸਟੇਸ਼ਨ ਦੇ ਵਿੱਚ ਲਗਾਤਾਰ। ਅਤੇ ਆਲਮੋਸਟ ਸਾਰੇ ਯੂਕਰੇਨੀਅਨ ਐਂਡ ਸਟੂਡੈਂਟਸ ਜਿੰਨੇ ਵੀ ਉੱਥੇ, ਉਹਨਾਂ ਨੇ ਸਾਰੇ ਉੱਥੇ ਮੈਟਰੋ ਦੇ ਵਿੱਚ ਬੰਕਰਸ ਦੇ ਵਿੱਚ ਹੀ ਬਿਤਾਏ ਆ ਭੁੱਖੇ ਪਿਆਸੇ। ਕਿੰਨੇ ਸਟੂਡੈਂਟਸ ਤੁਹਾਡੇ ਨਾਲ ਸੀਗੇ? ਸਾਡੇ ਜਿਹੜੀ ਮੈਂ ਮੈਟਰੋ ਦੇ ਵਿੱਚ ਸੀ, ਮੇਰੀ ਮੈਟਰੋ ਦਾ ਸੀਗਾ ਪੈਰੀਮੋਹਾ ਮੈਟਰੋ, ਅਤੇ ਉਹਦੇ ਵਿੱਚ ਤਾਂ 150 ਤੋਂ ਜ਼ਿਆਦਾ ਬੱਚੇ ਸੀਗੇ, ਸਿਰਫ ਇੰਡੀਅਨ ਹੀ ਸਟੂਡੈਂਟਸ ਅਤੇ ਯੂਕਰੇਨੀਅਨ ਅਲੱਗ ਸੀਗੇ। ਐਸ ਆਪਣੇ ਇਲਾਕੇ ਦਾ ਬੱਚਾ ਵੀ ਤੁਹਾਡੇ ਨਾਲ ਕੋਈ ਹੈ ਸੀ ਜਿਹਦੇ ਨਾਲ ਤੁਸੀਂ ਇਕੱਠੇ ਰਹੇ ਹੋ ਜਾਂ? ਹਾਂਜੀ, ਇਹ ਜਿਹੜੇ ਮੇਰੇ ਨਾਲ ਆਇਆ ਉਹ ਮੇਰੇ ਨਾਲ ਹੀ ਰਹਿ ਰਹੇ ਸੀ। ਅਸੀਂ 5 ਜਾਣੇ ਇਕੱਠੇ ਰਹਿ ਰਹੇ ਸੀਗੇ। ਉਹ ਕਿਹੜੇ ਕਿਹੜੇ ਪਿੰਡ ਦੇ ਸੀਗੇ? ਇੱਕ ਸੀ ਯੂਪੀ ਦੀ, ਇੱਕ MP ਦੇ, ਇੱਕ ਉੱਤਰਾਖੰਡ ਅਤੇ 2 ਅਸੀਂ ਪੰਜਾਬ ਤੋਂ। ਕਿੱਦਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਖਾਣ ਪੀਣ ਵਾਸਤੇ? ਜਿਸ ਤਰ੍ਹਾਂ ਭੋਜਨ ਕਿ ਮਿਲਦਾ ਸੀ ਜਾਂ ਨਹੀਂ ਮਿਲਦਾ ਸੀ, ਕਿੱਦਾਂ ਟਾਈਮ ਕੱਢਿਆ ਇਹਨੇ? ਸਟਾਰਟਿੰਗ ਦੇ ਵਿੱਚ ਤਾਂ ਜਦੋਂ ਅਸੀਂ ਲਿਆਂਦਾ ਸੀਗਾ ਉਦੋਂ ਤਾਂ ਮਿਲ ਗਿਆ ਸੀ ਸਾਨੂੰ ਖਾਣ ਪੀਣ ਲਈ, ਪਰ ਇੱਕ ਟਾਈਮ ਇੱਦਾਂ ਦਾ ਆਇਆ ਕਿ ਅਸੀਂ ਵਾਪਸ ਆਪਣੇ ਫਲੈਟ 'ਚ ਨਹੀਂ ਜਾ ਸਕੇ, ਕੁਝ ਬਣਾ ਨਹੀਂ ਸਕੇ ਕਿਉਂਕਿ ਬੰਬਾਰੀ ਇੰਨੀ ਲਗਾਤਾਰ ਹੋ ਰਹੀ ਸੀ, ਅਤੇ ਅਸੀਂ ਉਸ ਦਿਨ ਪੂਰੇ ਭੁੱਖੇ ਹੀ ਰਹੇ ਸੀਗੇ। ਨਾ ਸਾਡੇ ਕੋਲ ਪਾਣੀ ਵੀ ਖਤਮ ਹੋ ਗਿਆ ਸੀ। ਅਸੀਂ ਉੱਥੋਂ ਦਾ ਟੈਪ ਵਾਟਰ ਪੀ ਰਹੇ ਸੀਗੇ, ਪਰ ਟੈਪ ਵਾਟਰ ਇਸ ਲਈ ਪੀ ਰਹੇ ਸੀਗੇ ਕਿਉਂਕਿ ਪਾਣੀ ਹੁਣ ਮਿਲ ਨਹੀਂ ਸੀ ਰਿਹਾ, ਕਿਉਂਕਿ ਉੱਥੇ ਬੋਲਿਆ ਜਾਂਦਾ ਕਿ ਟੈਪ ਵਾਟਰ ਨਹੀਂ ਪੀਣਾ ਚਾਹੀਦਾ ਕਿਉਂਕਿ ਉੱਥੇ ਰੇਡੀਏਸ਼ਨਸ ਆ। ਜੰਗ ਲੱਗਣ ਦੇ ਅਸਾਰ 'ਚ ਤੁਹਾਨੂੰ ਪ੍ਰਸ਼ਾਸਨ ਨੇ ਕਿਹਾ ਨਹੀਂ ਕਿ ਤੁਸੀਂ ਆਪਣਾ ਜਿਹੜਾ ਬੰਦੋਬਸਤ ਇਸ ਤਰ੍ਹਾਂ ਦਾ ਕੋਈ ਉਹਨਾਂ ਨੇ ਤੁਹਾਨੂੰ ਕਿਹਾ? ਜੰਗ ਲੱਗਣ ਤੋਂ ਪਹਿਲਾਂ ਉਹਨਾਂ ਨੇ ਮਤਲਬ ਕੁਝ ਦਿਨ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕੀਤੀ ਸਾਡੇ ਯੂਕਰੇਨ ਦੀ ਯੂਨੀਵਰਸਿਟੀ ਤੱਕ। ਅਸੀਂ ਉੱਥੇ ਇਸ ਲਈ ਰੁਕੇ ਸੀ ਕਿਉਂਕਿ ਯੂਕਰੇਨ ਦੀ ਯੂਨੀਵਰਸਿਟੀ ਆਫਲਾਈਨ ਹੋਈ ਪਈ ਸੀਗੀ ਸਾਰੀ, ਅਤੇ ਸਾਡੇ ਲਈ ਕਲਾਸਿਸ ਅਟੈਂਡ ਕਰਨੀਆਂ ਬਹੁਤ ਜ਼ਰੂਰੀ ਸੀ। ਇਸ ਕਰਕੇ ਅਸੀਂ ਵੇਟ ਕਰ ਰਹੇ ਸੀਗੇ ਕਿ ਸਾਡੀ ਕਦੋਂ ਇੰਡੀਅਨ ਅੰਬੈਸੀ ਐਡਵਾਈਜ਼ਰੀ ਜਾਰੀ ਕਰੇ ਕਿ ਤੁਸੀਂ ਇੰਡੀਆ ਦੇ ਵਿੱਚ ਵਾਪਸ ਆ ਜਾਓ, ਪਰ ਉਹਨਾਂ ਨੇ ਬਹੁਤ ਦੇਰ ਬਾਅਦ ਐਡਵਾਈਜ਼ਰੀ ਜਾਰੀ ਕੀਤੀ। ਜੇਕਰ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਪੜ੍ਹਾਈ ਦਾ ਕਿੰਨਾ ਕੁ ਨੁਕਸਾਨ ਹੋਇਆ ਔਰ ਕਿੰਨੇ ਕੁ ਸਮੈਸਟਰ ਜਿਹੜੇ ਆ ਪਿੱਛੇ ਪੈ ਚੁੱਕੇ ਔਰ ਕਿੰਨੇ ਕੁ ਸਮੈਸਟਰ ਪੂਰੇ ਹੋਏ? ਜਿੱਦਾਂ ਮੈਂ ਇਸ ਟਾਈਮ 3rd ਈਅਰ ਫਸਟ ਸਮੈਸਟਰ ਕੰਪਲੀਟ ਕਰ ਲਿਆ ਸੀ, ਹੁਣ ਮੇਰਾ 2nd ਸਮੈਸਟਰ ਸਟਾਰਟ ਸੀਗਾ। 2nd ਸਮੈਸਟਰ ਜਸਟ ਸਟਾਰਟ ਹੀ ਹੋਈ ਸੀ, ਕੁਝ ਦਿਨ ਦੀ ਕਲਾਸਿਸ ਲੱਗੀਆਂ ਸੀਗੀਆਂ, ਤਾਂ ਹੁਣ ਕੁਝ ਨਜ਼ਰ ਨਹੀਂ ਆ ਰਿਹਾ, ਉਹਦੇ ਅਸਾਰ ਨਹੀਂ ਦਿਖ ਰਿਹਾ ਕਿ ਹੁਣ ਅੱਗੇ ਕਦੋਂ ਕਲਾਸਿਸ ਲੱਗਣਗੀਆਂ। ਜੇਕਰ ਟੋਟਲ ਸਮੈਸਟਰ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਸਮੈਸਟਰ ਹੈਗੇ ਇਸ ਮੈਡੀਕਲ? 12 ਸਮੈਸਟਰ ਆ। ਆ ਜਿਹੜੇ ਅਖੀਰਲੇ 5 ਦਿਨ ਨੇ ਕਿਸ ਤਰ੍ਹਾਂ ਬੀਤੇ ਨੇ ਘਰ ਵਾਪਸੀ ਆਉਣ ਤੱਕ, ਜਿਹੜਾ ਕਿਸ ਤਰ੍ਹਾਂ ਸਮਾਂ ਲੰਘਿਆ ਉਹਦੇ ਬਾਰੇ ਦੱਸੋ ਸਾਨੂੰ। ਅਖੀਰਲੇ 5 ਦਿਨ ਜਦੋਂ ਅਸੀਂ 4 ਦਿਨਾਂ ਤੋਂ ਪਿਛਲੇ 4 ਦਿਨਾਂ ਤੋਂ ਅਸੀਂ ਲਗਾਤਾਰ ਟਰੈਵਲ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਟ੍ਰੇਨ ਦੇ ਵਿੱਚ ਤੱਕ ਪਹੁੰਚਣ ਲਈ ਸਾਨੂੰ ਕੈਬ ਨਹੀਂ ਸੀ ਮਿਲ ਰਹੀ, ਕੁਝ ਨਹੀਂ ਸੀ ਮਿਲ ਰਹੀ। ਬੱਚੇ ਇੱਥੋਂ ਤੱਕ ਕਿ 25-25 ਕਿਲੋਮੀਟਰ ਭੱਜ ਕੇ ਰੇਲਵੇ ਸਟੇਸ਼ਨ ਤੱਕ ਪਹੁੰਚੇ, ਉੱਪਰੋਂ ਏਡੀ ਭੀੜ ਦੇ ਵਿੱਚ। ਅਸੀਂ ਜਸਟ ਜਿੰਨਾ ਕਿ ਟੇਬਲ ਹੈ ਨਾ, ਉਹ ਮੰਨ ਲਓ ਕਿ ਉਹਨੇ ਦੇ ਵਿੱਚ ਅਸੀਂ 11 ਲੋਕ ਸੀਗੇ। ਪੂਰਾ ਅਸੀਂ 10 ਘੰਟੇ ਪਹਿਲਾਂ 6 ਘੰਟੇ ਖਾਰਕਿਵ ਤੋਂ ਕੀਵ ਤੱਕ ਬਿਤਾਏ, ਅਤੇ ਉਸ ਤੋਂ ਬਾਅਦ ਕੀਵ ਤੋਂ ਲਵੀਵ ਤੱਕ 10 ਘੰਟੇ ਅਸੀਂ ਲਗਾਤਾਰ ਇੱਦਾਂ ਹੀ ਖੜੇ ਹੋ ਕੇ ਬਿਤਾਏ। ਲਵੀਵ ਤੋਂ ਕਿਹੜੇ ਪਾਸੇ ਗਏ? ਪੋਲੈਂਡ ਬਾਰਡਰ ਕ੍ਰੋਸ ਕੀਤਾ ਜਾਂ ਹੰਗਰੀ ਬਾਰਡਰ? ਪਹਿਲਾਂ ਸਭ ਤੋਂ ਅਸੀਂ ਲਵੀਵ ਤੋਂ ਉਜ਼ਗੋਰਦ ਗਏ, ਉਸ ਤੋਂ ਬਾਅਦ ਚੌਕ ਗਏ, ਚੌਕ ਤੋਂ ਬਾਅਦ ਅਸੀਂ ਹੰਗਰੀ ਬਾਰਡਰ ਕ੍ਰੋਸ ਕੀਤਾ। ਇਸ ਸਫ਼ਰ ਵਿੱਚ ਜਿਹੜਾ ਗੱਡੀਆਂ ਦਾ ਖਰਚਾ ਜਾਂ ਟਿਕਟਾਂ ਵਗੈਰਾ ਹਾਂਜੀ ਤੁਸੀਂ ਆਪ ਲਈਆਂ? ਹਾਂਜੀ, ਆਪ ਲਈਆਂ। ਜਿੱਦਾਂ ਲਵੀਵ ਤੱਕ ਅਸੀਂ ਪਹੁੰਚੇ, ਉਹਦੇ ਤਾਂ ਯੂਕਰੇਨੀਅਨ ਪੀਪਲਸ ਨੇ ਫ੍ਰੀ ਕੀਤੀ ਹੋਈ ਸੀਗੀ, ਪਰ ਉਹ ਫਸਟ ਪ੍ਰੈਫਰੈਂਸ ਯੂਕਰੇਨੀਅਨ ਨੂੰ ਦੇ ਰਹੇ ਸੀ, ਦੈਨ ਆਫਟਰ ਇੰਟਰਨੈਸ਼ਨਲ ਪੀਪਲ ਨੂੰ ਦੇ ਸੀ। ਜਿੱਦਾਂ ਖਬਰਾਂ ਆ ਰਹੀਆਂ ਬੱਚਿਆਂ ਦੀ ਕੁੱਟਮਾਰ ਕੀਤੀ ਕੁਛ ਰਸ਼ੀਅਨ ਫੌਜੀਆਂ ਨੇ ਜਾਂ ਯੂਕਰੇਨੀ ਫੌਜੀਆਂ ਨੇ, ਇਸ ਤਰ੍ਹਾਂ ਦੇ ਹਾਲਾਤ ਵੀ ਕੁੱਟਮਾਰ ਹੋਈ ਉੱਥੇ ਓਨਲੀ ਕਿਉਂਕਿ ਉੱਥੇ ਲੋਕ ਯੂਕਰੇਨੀਅਨ ਨੂੰ ਫਸਟ ਪ੍ਰੈਫਰੈਂਸ ਦੇ ਰਿਹਾ ਜਿਹੜੇ ਉੱਥੇ ਟ੍ਰੇਨ ਦੇ ਵਿੱਚ ਹੈਗੇ ਆ। ਇਸ ਕਰਕੇ ਜਿਹੜੇ ਮੁੰਡਿਆਂ ਨੂੰ ਤਾਂ ਉਹ ਸਪੈਸ਼ਲੀ ਪਿੱਛੇ ਹੀ ਰੱਖਦੇ ਆ, ਉਹਨਾਂ ਨੂੰ ਤਾਂ ਬਹੁਤ ਹੀ ਘੱਟ ਮੌਕਾ ਮਿਲਦਾ ਹੈ ਅੱਗੇ ਆਉਣ ਦਾ, ਚੜ੍ਹਨ ਦਾ। ਇਸ ਟਾਈਮ ਵੀ ਇਸੇ ਲਈ ਬੱਚੇ ਬਹੁਤ ਫਸੇ ਹੋਏ ਆ।
ਉੱਥੇ। ਹੁਣ ਤੁਸੀਂ ਫਲਾਈਟ ਕਿਸ ਸ਼ਹਿਰ ਤੋਂ ਲਈ ਹੈ ਇੱਥੇ? ਹੰਗਰੀ ਬਾਰਡਰ ਤੇ ਅਸੀਂ ਪਹੁੰਚੇ ਸੀਗੇ। ਉੱਥੇ ਅਸੀਂ ਇੱਕ ਦਿਨ ਪੂਰਾ ਬਿਤਾਇਆ। ਉਹਦੇ ਵਿੱਚ ਬੁਦਾਪੇਸਟ ਇੱਕ ਸ਼ਹਿਰ ਆ, ਕੈਪੀਟਲ ਉੱਥੇ ਹੰਗਰੀ ਦਾ, ਤੇ ਉੱਥੇ ਅਸੀਂ ਇੱਕ ਪੂਰਾ ਦਿਨ ਬਿਤਾ ਕੇ ਫਿਰ ਤੋਂ ਬਾਅਦ ਅਸੀਂ ਏਅਰਪੋਰਟ ਗਏ। ਕਿੰਨਾ ਸਮਾਂ ਲੱਗਾ ਉੱਥੋਂ ਖਾਰਕਿਵ ਤੋਂ ਇੱਥੇ ਤੱਕ ਪਹੁੰਚਣ ਲਈ? 4 ਦਿਨ। ਤੁਹਾਡੀ ਫਲਾਈਟ ਕਿਹੜੀ ਸੀ? ਸਾਡੀ ਫਲਾਈਟ ਇੰਡੀਗੋ ਸੀ। ਹੁਣ ਤੁਸੀਂ ਵਾਪਸ ਆਏ ਹੋ, ਕਿੰਨੇ ਬੱਚੇ ਸੀ ਤੁਹਾਡੇ ਨਾਲ ਜਿਹੜੇ ਵਾਪਸ ਆਏ ਨੇ ਅੱਜ? ਇਹ 1000 ਤੱਕ ਤਾਂ ਹੋ ਗਈ ਹੋ ਸਕਦਾ, ਕਿਉਂਕਿ ਉਸ ਦਿਨ ਦੋ ਫਲਾਈਟਾਂ ਇਕੱਠੀਆਂ ਉੱਡਣੀਆਂ ਸੀਗੀਆਂ, ਇਸ ਕਰਕੇ। ਜੰਗ ਲੱਗਣ ਦੇ ਬਾਅਦ ਜਿੱਦਾਂ ਆਪਣੇ ਖਾਲਸਾ ਏਡ ਵਾਲੇ ਉੱਥੇ ਪਹੁੰਚੇ ਨੇ, ਤੁਹਾਡੇ ਤੱਕ ਪਹੁੰਚ ਹੋਈ ਕਿਸੇ ਦੀ ਕਿ ਤੁਹਾਨੂੰ ਖਾਣ ਵਾਸਤੇ, ਜਾਂ ਕਿਸੇ ਨੇ ਕੁਝ ਲੋਕਲ ਕਿਸੇ ਨੇ ਆਰਗੇਨਾਈਜ਼ਰ ਨੇ ਤੁਹਾਨੂੰ ਮਦਦ ਕੀਤੀ ਹੋਵੇ? ਲੋਕਲ ਆਰਗੇਨਾਈਜ਼ਰ ਨੇ ਮਦਦ ਕੀਤੀ। ਜਿਹੜੇ ਉੱਥੇ ਦੇ ਯੂਕਰੇਨੀਅਨ ਪੀਪਲ ਸੀਗੇ, ਉਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਸਾਡੀ। ਉਹ ਆਪਣੇ ਵਲੰਟੀਅਰ ਬਣਾ ਰਹੇ ਸੀ ਖੁਦ ਦੇ, ਅਤੇ ਹੈਲਪ ਕਰ ਰਹੇ ਸੀਗੇ ਸਾਡੀ। ਸਾਨੂੰ ਜਦ ਅਸੀਂ ਹੰਗਰੀ ਬਾਰਡਰ ਪਹੁੰਚੇ ਤਦ ਸਾਨੂੰ ਖਾਣਾ ਮਿਲਿਆ। ਕਿੱਦਾਂ ਦੇ ਲੋਕ ਨੇ ਯੂਕਰੇਨ ਦੇ ਲੋਕ? ਚੰਗੇ ਨੇ? ਯੂਕਰੇਨ ਦੇ ਲੋਕ ਬਹੁਤ ਚੰਗੇ ਨੇ। ਜਦ ਸਾਡੇ ਕੋਲ ਉੱਥੇ ਵੀ ਮੈਟਰੋ ਦੇ ਵਿੱਚ ਵੀ ਅਸੀਂ ਸਾਰਾ ਦਿਨ ਭੁੱਖੇ ਸੀ, ਉਹ ਇੱਕ ਯੂਕਰੇਨੀਅਨ ਪੀਪਲ ਲਿਆ ਕੇ, ਉਹਨਾਂ ਕੋਲ 2 ਕੇਲੇ ਬਚੇ ਸੀ, ਉਹਨਾਂ ਨੇ ਸਾਨੂੰ 5 ਨੂੰ ਉਹ ਦਿੱਤੇ ਸੀ, 2 ਕੇਲੇ ਖਾਧੇ। ਜਿਸ ਤਰ੍ਹਾਂ ਤੁਸੀਂ ਵੀਡੀਓ ਭੇਜੀ ਸੀ ਕਿ ਟੈਂਕ ਚੱਲਦੇ ਨੇ ਜਾਂ ਬੰਬ ਫਟ ਰਹੇ ਨੇ, ਤੁਹਾਡੇ ਸਾਹਮਣੇ ਵੀ ਕੋਈ ਬੰਬ ਫਟਿਆ ਜਾਂ ਇਦਾਂ ਦੀ? ਮੇਰੇ ਨਾਲ ਇਹ ਚੀਜ਼ ਹੋ ਚੁੱਕੀ ਹੈ। ਇੱਕ ਦਿਨ ਮੈਂ ਮੈਟਰੋ ਤੋਂ ਫਲੈਟ ਦੇ ਵੱਲ ਜਾ ਰਹੇ ਸੀ, ਅਸੀਂ 5 ਜਾਣੇ, ਅਤੇ ਉਹਦੇ ਜਦੋਂ ਅਸੀਂ ਗਏ 50 ਮੀਟਰ ਦੇ ਪਹਿਲੇ ਤਾਂ ਏਅਰ ਸਟ੍ਰਾਈਕ ਨਹੀਂ ਸੀ ਹੋ ਰਹੀ। ਅਸੀਂ ਅੱਧ ਰਸਤੇ ਦੇ ਵਿੱਚ ਪਹੁੰਚ ਗਏ ਅਤੇ ਏਅਰ ਸਟ੍ਰਾਈਕ ਸਟਾਰਟ ਹੋ ਗਈ, ਅਤੇ ਉਹ ਜਸਟ ਸਾਡੇ 50 ਮੀਟਰ ਇੱਕ ਬਿਲਡਿੰਗ ਦਾ ਸਹਾਰਾ ਲੈ ਕੇ ਅਸੀਂ ਜਾ ਰਹੇ ਸੀ। ਉਹ ਬਿਲਡਿੰਗ ਦੇ ਪਿੱਛੇ ਏਅਰ ਸਟ੍ਰਾਈਕ ਹੋ ਰਹੀ ਸੀ। ਨੜਾਲੇ ਦੇ 2 ਬੱਚੇ, ਵਾਲੀਆ ਪਰਿਵਾਰ ਦੇ 2 ਬੱਚੇ ਬੜੇ ਆਰਾਮ ਨਾਲ 20 ਤਰੀਕ ਨੂੰ 20 ਫਰਵਰੀ ਘਰ ਆ ਗਏ ਸੀ। ਤੁਹਾਨੂੰ ਪਹਿਲਾਂ ਕਿਉਂ ਨਹੀਂ ਉਹਨਾਂ ਨੇ ਆਰਗੇਨਾਈਜ਼ ਕੀਤਾ ਜਾਂ ਐਡਵਾਈਜ਼ਰੀ ਕਰੀ? ਸਾਡੀ ਯੂਨੀਵਰਸਿਟੀ ਆਨਲਾਈਨ ਨਹੀਂ ਸੀ ਹੋਈ ਉਸ ਟਾਈਮ ਤੱਕ। ਅਸੀਂ ਕਿਉਂਕਿ ਸਾਡਾ 3rd ਈਅਰ ਹੁੰਦਾ ਕਰੋਕ ਈਅਰ, 3 ਸਾਲ ਦਾ ਇਕੱਠਾ। ਯੂਨੀਵਰਸਿਟੀ ਦਾ ਕੀ ਨਾਮ ਸੀ? ਖਾਰਕਿਵ ਇੰਟਰਨੈਸ਼ਨਲ ਮੈਡੀਕਲ ਯੂਨੀਵਰਸਿਟੀ। ਓਕੇ। ਭਾਰਤ ਸਰਕਾਰ ਵੱਲੋਂ ਕਿੰਨੀ ਕੁ ਮਦਦ ਮਿਲੀ ਹੈ ਤੁਹਾਨੂੰ ਘਰ ਪਹੁੰਚਣ ਤੱਕ? ਭਾਰਤ ਸਰਕਾਰ ਵੱਲੋਂ ਤਾਂ ਸਾਨੂੰ ਜਿਹੜੀ ਫਲਾਈਟ ਬਾਰਡਰ ਤੱਕ ਸਾਨੂੰ ਕੋਈ ਮਦਦ ਨਹੀਂ ਮਿਲੀ। ਬਾਰਡਰ ਤੋਂ ਅੱਗੇ ਸਾਨੂੰ ਮਦਦ ਮਿਲੀ ਹੈ ਜਿਹੜੀ ਫਲਾਈਟ ਤੋਂ ਮਿਲੀ ਹੈ, ਜਾਂ ਉਹਦੇ ਵਿੱਚ ਫਲਾਈਟ 'ਚ ਖਾਣਾ, ਸਿਰਫ ਉਹੀ ਭਾਰਤ। ਇੰਡੀਅਨ ਫਲੈਗ ਹੱਥ ਫੜਨ ਵਾਲੀ ਗੱਲ ਆ ਜੀ, ਉਹਦੇ ਬਾਰੇ ਦੱਸੋ ਸਾਨੂੰ। ਅਸੀਂ ਜਦ ਲਵੀਵ ਤੋਂ ਨਿਕਲੇ ਸੀ, ਜਸਟ ਜੀ ਬੱਸ ਸਾਡੀ ਨਿਕਲੀ ਸੀ, ਉੱਥੇ ਸਾਇਰਨ ਵੱਜ ਗਿਆ ਸੀਗਾ। ਕਹਿੰਦੇ ਕਿ ਇਸ ਟਾਈਮ ਲਵੀਵ ਸੇਫ ਆ, ਬਟ ਉੱਥੇ ਸਾਇਰਨ ਵੱਜਣਾ ਵੀ ਮਤਲਬ ਆ ਕਿ ਉਹ ਹਜੇ ਤੱਕ ਵੀ ਖਤਰੇ ਦੇ ਵਿੱਚ ਆ। ਉਸ ਤੋਂ ਬਾਅਦ ਅਸੀਂ ਫਿਰ ਅਸੀਂ ਫਲੈਗ ਬਣਾਏ ਹੋਏ ਸੀ ਪੇਪਰ ਦੇ ਖੁਦ ਹੀ, ਅਤੇ ਉਹ ਅਸੀਂ ਆਪਣੀ ਵਿੰਡੋ ਦੇ ਉੱਤੇ ਲਾ ਦਿੱਤੇ, ਹਰ ਵਿੰਡੋ ਦੇ ਉੱਤੇ। ਅਤੇ ਫਿਰ ਜਿਹੜੇ ਵੀ ਯੂਕਰੇਨੀਅਨ ਪੁਲਿਸ ਦੇਖਦੀ ਸੀ ਜਾਂ ਕੋਈ ਵੀ, ਅਤੇ ਉਹ ਸਾਨੂੰ ਅੱਗੇ ਜਾਣਦੇ ਹੁੰਦੇ ਸੀਗੇ, ਸਿਰਫ ਉਹ ਫਲੈਗ ਦੇ। ਬੇਟਾ, ਜਿਹੜੀ ਬਿਲਡਿੰਗ ਦੇ ਵਿੱਚ ਤੁਸੀਂ ਰਹਿ ਰਹੇ ਸੀ, ਗੁਜ਼ਾਰ ਰਹੇ ਸੀ, ਰਾਤ ਦਿਨ ਉੱਥੇ ਲੰਮੇ ਪੈ ਰਹੇ ਸੀ, ਸਾਰਾ ਕੁਝ ਜੋ ਹਾਲਾਤ ਨਜ਼ਰ ਆ ਸੀ, ਇਸ ਵੇਲੇ ਉਸ ਬਿਲਡਿੰਗ ਦੇ ਹਾਲਾਤ ਕਿੱਦਾਂ ਦੇ ਹੈ? ਮੈਟਰੋ ਦੇ ਅਸੀਂ ਜਿਹੜਾ ਸਭ ਤੋਂ ਜ਼ਿਆਦਾ ਟਾਈਮ ਮੈਟਰੋ ਦੇ ਅੰਦਰ ਹੀ ਬਿਤਾਇਆ ਹੈ, ਤਾਂ ਉੱਥੇ ਦਾ ਹਾਲਾਤ, ਕਿਉਂਕਿ ਬਾਹਰ ਸਾਨੂੰ ਪੂਰਾ ਇੱਦਾਂ ਲੱਗ ਰਿਹਾ ਕਿ ਜਸਟ ਸਾਡੇ ਲਾਗੇ ਹੀ ਬੰਬਾਰੀ ਹੋ ਰਹੀ ਹੈ। ਕਿਉਂਕਿ ਜਦੋਂ ਅਸੀਂ ਨਿਕਲੇ ਸੀ ਬਾਹਰ, ਤੇ ਰਸ਼ੀਅਨ ਟੈਂਕ ਵਗੈਰਾ ਸਾਰੇ ਉੱਥੇ ਸਟਰੀਟ ਫਾਈਟ ਹੋ ਰਹੀ ਸੀ। ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਅੱਜ ਆਪਣੇ ਘਰ ਦੇ ਵਿੱਚ ਆਏ ਹੋ? ਔਰ ਤੁਹਾਡੇ ਪਿਤਾ ਜੀ, ਤੁਹਾਡੇ ਮਾਤਾ ਜੀ ਬੜੀ ਵੱਡੀ ਇੱਕ ਉਡੀਕ ਸੀਗੀ, ਉਹਦੇ ਵਿੱਚ ਸਭ ਤੋਂ ਯੋਗਦਾਨ ਕਿਹਦਾ ਰਿਹਾ ਵਾ ਇਸ ਇੱਥੋਂ ਤੱਕ ਪਹੁੰਚਾਉਣ ਲਈ? ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤਾਂ ਸਭ ਤੋਂ ਪਹਿਲਾਂ ਮੰਮੀ ਪਾਪਾ ਨੂੰ, ਫਿਰ ਤੋਂ ਬਾਅਦ ਮੀਡੀਆ, ਜਿਹਨੇ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਪਾਇਆ, ਜਿਹਦੇ ਥਰੂ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚੀ, ਉਹ ਗੱਲ ਦਾ। ਅਤੇ ਮੈਂ ਮੀਡੀਆ ਨੂੰ ਸਿਰਫ ਮੈਂ ਇੱਕ ਰਿਕੁਐਸਟ ਕਰਨਾ ਚਾਹੂੰਗੀ, ਸਿਰਫ ਕਿ ਇਸ ਟਾਈਮ ਉੱਥੇ ਬਹੁਤ ਸਾਰੇ ਬੱਚੇ ਫਸੇ ਹੋਏ ਆ, ਇੱਥੋਂ ਤੱਕ ਕਿ ਮੇਰੇ ਫਰੈਂਡਸ ਵੀ ਖੁਦ ਦੇ ਫਸੇ ਹੋਏ ਆ, ਉੱਥੇ ਰੋ ਰਹੇ ਆ, ਉੱਥੇ ਬੈਠ ਕੇ ਨਾ ਉਹਨਾਂ ਨੂੰ ਖਾਣਾ ਮਿਲ ਰਿਹਾ, ਨਾ ਉਹਨਾਂ ਨੂੰ ਪਾਣੀ ਮਿਲ ਰਿਹਾ ਵਾ। ਉਹਨਾਂ ਨੂੰ ਸਮਝ ਨਹੀਂ ਆ ਰਹੀ ਉਹ ਕਿੱਥੇ ਜਾਣ। ਹੁਣ ਤੇ ਮਾਪਿਆਂ ਵੱਲੋਂ ਕੋਈ ਸੰਪਰਕ ਨਹੀਂ ਹੋਇਆ ਉਹਨਾਂ ਨਾਲ ਵੀ ਜਿਹੜੇ ਬੱਚੇ ਰਹਿ ਗਏ ਨੇ? ਉਹ ਸੰਪਰਕ ਤਦ ਤੱਕ ਹੋਊਗਾ ਕਿਉਂਕਿ ਹੁਣ ਕਹਿ ਰਿਹਾ, ਸੁਣਨ 'ਚ ਆ ਰਿਹਾ ਕਿ ਇੱਥੋਂ ਤੱਕ ਕਿ ਬਿਜਲੀ ਤੱਕ ਬੰਦ ਹੋ ਸਕਦੀ ਹੈ ਉੱਥੇ ਯੂਕਰੇਨ ਦੀ, ਅਤੇ ਬੱਚੇ ਕਿੱਦਾਂ ਸੰਪਰਕ ਕਰਨਗੇ? ਹਜੇ ਰੀਸੈਂਟਲੀ ਉੱਥੇ ਦੀ ਮੇਨ ਬਿਲਡਿੰਗ ਉਡਾਈ ਗਈ ਹੈ, ਜਿਹੜੀ ਯੂਨੀਵਰਸਿਟੀ ਦੇ ਕੋਲ ਹੀ ਹੈ। ਇੱਥੋਂ ਤੱਕ ਕਿ ਇੱਕ ਬੱਚੇ ਦੀ ਡੈਥ ਸੁਣਨ ਨੂੰ ਵੀ ਮਿਲੀ ਹੈ। ਜਦੋਂ MBBS ਕਰਨ ਦਾ ਸੁਪਨਾ ਲਿਆ ਤੇ ਭਾਰਤ ਵਿੱਚ ਇੱਥੇ ਵੀ ਕੋਸ਼ਿਸ਼ ਕੀਤੀ ਸੀ ਕੋਈ ਸੀਟ ਮਿਲ ਜਾਵੇ, ਜਾਂ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਤੁਹਾਨੂੰ ਬਾਹਰ ਜਾਣਾ ਪਿਆ? ਹਾਂਜੀ, ਇੱਥੇ ਕੋਸ਼ਿਸ਼ ਕੀਤੀ ਸੀ ਮੈਂ ਸੀਟ ਮਿਲ ਜਾਵੇ, ਬਟ ਮੈਨੂੰ ਨੰਬਰ ਨਹੀਂ ਆਏ। ਬਟ ਉੱਥੇ ਜਾ ਕੇ ਉੱਥੇ ਮੈਨੂੰ ਇੱਕ ਉਮੀਦ ਦਿਖੀ, ਮੈਂ ਇਸ ਲਈ ਉੱਥੇ ਗਈ। ਉੱਥੇ ਵੀ ਪੜ੍ਹਾਈ ਬਹੁਤ ਵਧੀਆ ਹੁੰਦੀ ਹੈ। ਕਿੰਨਾ ਖਰਚਾ ਮੈਕਸਿਮਮ ਕਹਿ ਲਓ ਕਿ ਇੱਕ ਸਮੈਸਟਰ ਦਾ ਆ ਰਿਹਾ? 1 ਸਮੈਸਟਰ $2000 ਆ ਰਿਹਾ ਹੈ। $2000। ਹਾਂਜੀ। ਤੇ ਜਿਹੜਾ ਇੰਡੀਆ ਵਿੱਚ ਤੁਸੀਂ ਕਿਸੇ ਨਾਲ ਗੱਲ ਕੀਤੀ, ਉਹਨਾਂ ਨੇ ਕੀ ਕਿਹਾ ਸੀ? ਕੁਝ ਪੈਸੇ ਵਗੈਰਾ ਦੱਸੇ ਸੀ ਕਿ ਕਿੰਨਾ ਖਰਚਾ ਆਏਗਾ? ਉਹਨਾਂ ਨੇ ਵੀ ਉਹਨਾਂ ਨੇ ਜੋ ਬੋਲਿਆ ਸੀ ਸੱਚ ਹੀ ਬੋਲਿਆ ਸੀ। ਕਿਹਾ ਸੀਗਾ ਕਿ ਜਿਹੜੀ ਯੂਨੀਵਰਸਿਟੀ ਤੁਸੀਂ ਜਾ ਰਹੇ ਹੋ ਉਹਦੇ ਵਿੱਚ ਇੱਕ ਸਮੈਸਟਰ ਦਾ $2000 ਆਊਗਾ, ਅਤੇ ਟੋਟਲ $4000 ਹੋਊਗਾ। ਹੁਣ ਤੁਸੀਂ ਘਰ ਆ ਗਏ ਹੋ, ਅੱਗੇ ਫਿਊਚਰ 'ਚ ਕੀ ਸੋਚਿਆ?
ਫਿਊਚਰ 'ਚ ਇਹੀ ਸੋਚਿਆ ਕਿਉਂਕਿ ਯੂਕਰੇਨੀਅਨ ਪੀਪਲ ਬਹੁਤ ਜ਼ਿਆਦਾ ਆਪਣੇ ਲਈ ਲੜਨ ਦੇ। ਮੈਨੂੰ ਮੌਕਾ ਮਿਲਿਆ ਤੇ ਅਗਰ ਖਾਰਕਿਵ ਠੀਕ ਹੋ ਜਾਂਦਾ ਮੈਂ ਵਾਪਸ ਖਾਰਕਿਵ ਵੀ ਪੜ੍ਹਨ ਜਾਊਂਗੀ। ਇੱਥੋਂ ਦੀ ਗਵਰਨਮੈਂਟ ਨੇ ਜਿੱਦਾਂ ਤੁਹਾਨੂੰ ਬੱਚਿਆਂ ਨੂੰ ਭਰੋਸਾ ਦਿੱਤਾ ਕਿ ਜਿਹੜੀ ਤੁਹਾਡੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਏਗਾ, ਜਿਹੜੀ ਤੁਹਾਡੀ ਡਿਗਰੀਆਂ ਵਾ ਉਹ ਤੁਹਾਨੂੰ ਦੇ ਦਿੱਤੇ ਜਾਵੇ, ਤੁਹਾਨੂੰ ਲੱਗਦਾ ਕਿ ਇੱਥੋਂ ਦੀ ਗਵਰਨਮੈਂਟ ਦੇ ਤੁਹਾਨੂੰ ਕਿੰਨਾ ਕੁ ਭਰੋਸਾ ਹੈਗਾ? ਮੈਂ ਇੱਥੋਂ ਦੀ ਗਵਰਨਮੈਂਟ 'ਤੇ ਮੈਨੂੰ ਭਰੋਸਾ ਹੈ ਬਟ ਇੰਨਾ ਨਹੀਂ ਕਿਉਂਕਿ ਇੰਨੇ ਲੱਖ ਬੱਚੇ ਉੱਥੇ ਪੜ੍ਹ ਰਹੇ ਆ, ਕਿੰਨੇ ਲੱਖ ਬੱਚਿਆਂ ਨੂੰ ਸੀਟਾਂ ਦੇ ਪਾਉਗੇ? ਬਹੁਤ ਲੱਖ ਬੱਚੇ ਪੜ੍ਹਨ ਦੇ। ਬਹੁਤ ਸਾਰੇ ਬੱਚੇ ਆ, ਬਹੁਤ ਸਾਰੇ ਮਾਪੇ ਆ ਜਿਹੜੇ ਮੀਡੀਆ ਤੋਂ ਅੱਗੇ ਆਉਣ ਤੋਂ ਗਰੇਜ ਕਰਦੇ ਪਏ ਆ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਕਿ ਅਗਰ ਸਰਕਾਰ ਤੱਕ ਪਹੁੰਚਣਾ ਆ ਜਾਂ ਤਾਂ ਪ੍ਰੋਟੈਸਟ ਕਰੋ ਜਾਂ ਫਿਰ ਮੀਡੀਆ ਦੇ ਥਰੂ ਉਹਨਾਂ 'ਤੇ ਦਬਾਅ ਬਣਾਇਆ ਜਾਵੇ ਤਾਂ ਕਿ ਜਲਦੀ ਤੋਂ ਜਲਦੀ ਜਿਹੜੇ ਉੱਥੇ ਫਸੇ ਹੋਏ ਬੱਚੇ ਆ ਉਹ ਵਾਪਸ ਆ ਸਕਣ। ਜਿਹੜੇ ਬੱਚੇ ਉੱਥੇ ਰਹਿ ਗਏ ਉਹਨਾਂ ਵਾਸਤੇ ਕੀ ਕਾਮਨਾ ਕਰਦੇ ਹੋ ਤੁਸੀਂ? ਕਿ ਬਸ ਇਹ ਕਿ ਕਿਸੇ ਨਾ ਕਿਸੇ ਤਰ੍ਹਾਂ ਬਸ ਉਹਨਾਂ ਨੂੰ ਉੱਥੋਂ ਕੱਢਿਆ ਜਾਵੇ ਕਿਉਂਕਿ ਉੱਥੋਂ ਦੇ ਹਾਲਾਤ ਦਿਨ ਪ੍ਰਤੀ ਦਿਨ ਬੁਰੇ ਤੋਂ ਬੁਰੇ ਹੁੰਦੇ ਆ। ਉੱਥੇ ਚਰਨੋਬਿਲ ਦਾ ਅਟੈਕ ਰੋਜ਼ ਨਵੀਂ ਨਿਊਜ਼ ਮਿਲਣ ਦੀ ਹੈ, ਪੁਤਿਨ ਇਹ ਕਰ ਦੂਗਾ, ਬਹੁਤ ਜ਼ਿਆਦਾ ਡਰੇ ਪਏ ਉੱਥੇ। ਪੁਤਿਨ ਦੀ ਕਿਤਨੀ ਕੁ ਦਹਿਸ਼ਤ ਹੈ ਯੂਕਰੇਨੀ ਲੋਕਾਂ ਵਿੱਚ, ਜਾਂ ਕਿਸ ਤਰ੍ਹਾਂ ਦੇ ਉਹ ਲੋਕੀ ਸਮਝਦੇ ਇਹਨੂੰ? ਅਗਰ ਤਾਂ ਕਿਉਂਕਿ ਯੂਕਰੇਨੀਅਨ ਲੋਕੀ ਸਿਰਫ ਇੱਕ ਚੀਜ਼ ਤੋਂ ਮਾਰ ਖਾ ਰਹੇ ਆ, ਏਅਰ ਸਟ੍ਰਾਈਕ ਤੋਂ, ਕਿਉਂਕਿ ਸਟਰੀਟ ਫਾਈਟ ਦੇ ਵਿੱਚ ਹਮੇਸ਼ਾ ਹੀ ਯੂਕਰੇਨੀਅਨ ਪੀਪਲ ਜਿੱਤੇ ਆ। ਉਹਨਾਂ ਕੋਈ ਏਅਰ ਸਟ੍ਰਾਈਕ ਘੱਟ ਹੈ, ਇਸ ਕਰਕੇ ਉਹ ਉਹਦੇ ਤੋਂ ਮਾਰ ਖਾਂਦੇ। ਜਦੋਂ ਬਾਹਰੋਂ ਆਏ ਹੋ ਮੰਮੀ ਡੈਡੀ ਮਿਲੇ ਨੇ, ਕਿਸ ਤਰ੍ਹਾਂ ਦਾ ਮਾਹੌਲ ਲੱਗਿਆ ਤੁਹਾਨੂੰ? ਮੈਨੂੰ ਬਹੁਤ ਜ਼ਿਆਦਾ ਮਤਲਬ ਐਕਸਪਲੇਨ ਨਹੀਂ ਕਰ ਸਕਦੀ ਕਿ ਫੈਮਿਲੀ ਦੇ ਵਿੱਚ ਹੋਣਾ ਬਹੁਤ ਵੱਡੀ ਗੱਲ ਆ ਕਿਉਂਕਿ ਬੰਦਾ ਭੁੱਖਾ ਪਿਆਸਾ ਕਿਹਨੂੰ ਯਾਦ ਕਰਦਾ, ਫੈਮਿਲੀ ਨੂੰ ਹੀ ਯਾਦ ਕਰਦਾ ਉਸ ਟਾਈਮ। ਕਦੇ ਸੋਚਿਆ ਸੀ ਕਿ ਇਸ ਦੇ ਹਾਲਾਤ ਜਿਹੜੇ ਦੇਖਣੇ ਪੈਣਗੇ? ਬਿਲਕੁਲ ਨਹੀਂ ਸੋਚਿਆ ਸੀਗਾ, ਅਸੀਂ ਰੈਡੀ ਹੀ ਨਹੀਂ ਸੀਗੇ। 5 ਵਜੇ ਸਵੇਰੇ ਉੱਠੇ, ਬੰਬਾਰੀ ਦੇ ਨਾਲ ਯੂਨੀਵਰਸਿਟੀ ਜਾਣਾ ਸੀ ਉਸ ਦਿਨ, ਅਤੇ ਯੂਨੀਵਰਸਿਟੀ ਵੱਲੋਂ ਮੈਸੇਜ ਆ ਰਿਹਾ ਕਿ ਜਿੱਥੇ ਹੋ ਤੁਸੀਂ ਬਸ ਉੱਥੇ ਸੇਫ ਰਹੋ, ਹੋ ਸਕੇ ਤਾਂ ਬੰਕਰ ਆ ਤੁਹਾਡੇ ਕੋਲ, ਉੱਥੇ ਪਹੁੰਚੋ, ਜਾਂ ਮੈਟਰੋ ਉੱਥੇ ਤੱਕ ਪਹੁੰਚੋ। ਅਸੀਂ ਬੋਰਡਰ ਦੇ ਜਸਟ ਕੋਲ ਸੀਗੇ ਖਾਰਕਿਵ ਦੇ, ਅਸੀਂ ਪਹੁੰਚ ਗਏ ਕਿਸੇ ਨਾ ਕਿਸੇ ਤਰ੍ਹਾਂ। ਹੁਣ ਉੱਥੇ ਦੇ ਲੋਕੀ ਸਿਰਫ ਯੂਕਰੇਨੀਅਨ ਲੋਕਾਂ ਨੂੰ ਹੀ ਕੱਢਣ ਦੇ ਆ। ਪਲੀਜ਼ ਤੁਸੀਂ ਜਿੱਦਾਂ ਮਰਜ਼ੀ ਹੋ ਸਕੇ ਜਿਹੜੇ ਖਾਰਕਿਵ 'ਚ ਬੱਚੇ ਫਸੇ ਆ ਉਹਨਾਂ ਨੂੰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਉਹ ਸਭ ਤੋਂ ਜ਼ਿਆਦਾ ਇਸ ਟਾਈਮ ਖਤਰੇ 'ਚ ਆ। ਅੰਬੈਸੀ ਨੇ ਸਿਰਫ ਸਾਨੂੰ 1 ਦਿਨ ਦਾ ਟਾਈਮ ਦਿੱਤਾ ਸੀ ਖਾਰਕਿਵ ਨੂੰ ਕਿ ਤੁਸੀਂ ਉੱਥੋਂ ਨਿਕਲੋ। 1 ਦਿਨ ਦੇ ਵਿੱਚ ਕੋਈ ਇੰਨਾ ਬੱਚਾ ਕਿੱਦਾਂ ਨਿਕਲ ਸਕਦਾ ਹੈ?